Waheguru Ji Ka Khalsa, Waheguru Ji Ki Fateh. Welcome to today's program Reboot Punjab. ਅੱਜ ਦੇ program ਦੇ ਵਿੱਚ ਅਸੀਂ women's empowerment ਦੀ ਗੱਲ ਕਰਾਂਗੇ about how you can support Train a Teacher initiative brought to you by Kalgitar Trust, Guru Sahib, which provides value-based education through Akal Academies and Eternal University. One of the founding fathers of the Kalgitar Trust, Sant Atar Singh Ji's vision was to combine literacy and spirituality. ਇਹਨੂੰ ਆਪਾਂ ਜਿੱਦਾਂ ਕਹਿੰਦੇ ਆ ਪੜ੍ਹਾਈ ਗੁਰਮਤ ਤਾਂ this was quite groundbreaking during this time, during the British Raj in India, when the focus was perhaps ਆਜ਼ਾਦੀ for ਸਾਡੇ ਮੁਲਕ ਵਾਸਤੇ। ਉਦੋਂ ਸਾਰੇ ਜਿੱਦਾਂ ਇੰਡੀਆ ਦੇ ਵਿੱਚ ਕਹਿੰਦੇ ਸੀ ਅਸੀਂ ਕਿੱਦਾਂ ਆਜ਼ਾਦ ਹੋਈਏ ਬ੍ਰਿਟਿਸ਼ ਰਾਜ ਤੋਂ। So Sant Atar Singh was so forward thinking at this early stage that in 1906, 1906 ਦੇ ਵਿੱਚ Sant Atar Singh ਨੇ girls college create ਕੀਤੀ। Although India at the time didn't have voting for women until 1950, and even in the UK 1918 ਚ ਹੋਇਆ ਸੀਗਾ ਵੋਟ ਮਿਲੀ ਸੀ ਬੁੜੀਆਂ ਨੂੰ। ਪਰ ਤੁਸੀਂ ਇਹ ਦੇਖੋ ਸੰਗਤ ਜੀ ਤੇ ਸੰਤ ਅਤਰ ਸਿੰਘ ਦੇ ਕਿੰਨੇ ਖਿਆਲ ਸੀਗਾ ਵੇ ਬੁੜੀਆਂ ਨੂੰ ਜਾਂ ਕੁੜੀਆਂ ਨੂੰ ਪੜ੍ਹਾਈ ਕਰਨੀ ਚਾਹੀਦੀ even at this early stage. When Sant Teja Singh Ji, a Harvard scholar, met Sant Atar Singh Ji and understood the vision of combining Guru Mat and modern scientific education to create compassionate individuals. This vision is at the heart of the Kalgitar Trust and Akal Academies. To fulfill this vision, Sant Atar Singh Ji, the Sant Teja Singh Ji and Baba Akwal Singh Ji Baru Sahib, along with Dr. Kem Singh Ji, revealed Baru Sahib to mankind. So ਆਪਾਂ ਪੁੱਛਦੇ ਹਾਂ ਵੇ ਕਾਹਤੋਂ ਬਰੂ ਸਾਹਿਬ ਇਹ ਜਗ੍ਹਾ ਦੇ ਕੀ ਹੈਗਾ ਆ ਵੇ ਆਪਾਂ ਉਹੀ ਜਗ੍ਹਾ ਚੂਜ਼ ਕੀਤੀ ਸੀਗੀ। So Sant Teja Singh described this sacred site Baru Sahib the Tapabhumi. ਇਹ ਜਗ੍ਹਾ ਦੇ ਵਿੱਚ ਪਹਿਲੀਆਂ ਦੇ ਵਿੱਚ ਭਗਤੀ ਹੋਈ ਸੀ ਤੇ ਤਪੱਸਿਆ ਹੋਈ ਸੀਗੀ ਤਾਂ ਜੋਗੀ ਤਾਂ ਸੰਤ ਉੱਥੇ ਆ ਕੇ ਇਸ ਜਗ੍ਹਾ ਤੇ ਪਾਠ ਪੂਜਾ ਕਰਦੇ ਸੀਗੇ। Also ਇਹ ਜਿਹੜੀ ਜਗ੍ਹਾ ਹੈਗੀ ਆ ਇਹ ਹੈਗੀ ਆ the Valley of Divine Peace. Baru Sahib is spread across 400 acres in Himachal Pradesh and surrounded by 7 mountains. Sant Teja Singh Ji purchased the 400-acre site in 1956. The 1959 ਦੇ ਵਿੱਚ Sant Teja Singh ਉੱਥੇ ਗਿਆ ਸੀ ਤਾਂ ਅਖੰਡ ਪਾਠ ਸ਼ੁਰੂ ਕੀਤਾ ਸੀ ਤੇ ਅਰਦਾਸ ਤੋਂ ਬਾਅਦ ਕੰਮ ਸ਼ੁਰੂ ਹੋਇਆ ਸੀ Baru Sahib ਤੇ। So since 1959, the Kalgitar Trust Baru Sahib has grown and has got a global representation with 129 schools, 3 universities, 3 drug rehabilitation centers providing education for 70,000 children. ਤਾਂ ਅੱਜ ਮੇਰੇ ਨਾਲ ਹੈਗੇ ਦੋ ਭੈਣ ਜੀ ਦੋ ਸੇਵਾਦਾਰ ਦਲਵਿੰਦਰ ਪਨੇਸਰ ਤਾਂ ਪਰਮਜੀਤ ਮੰਦਿਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਕਿੱਦਾਂ ਭੈਣ ਜੀ ਤੁਸੀਂ ਠੀਕ ਹੋ? ਹਾਂਜੀ ਠੀਕ ਹੈ। ਹਾਂਜੀ ਠੀਕ ਹੈ ਭੈਣ ਜੀ। ਤੁਸੀਂ ਫੇਰ ਸਾਡੇ ਨਾਲ ਸ਼ਾਮਲ ਹੋਏ ਸੇਵਾ ਕਰਨ ਬਹੁਤ ਬਹੁਤ ਧੰਨਵਾਦ ਤੁਹਾਨੂੰ। ਥੈਂਕ ਯੂ ਭੈਣ ਜੀ। ਸੋ ਭੈਣ ਜੀ ਜਿੱਦਾਂ ਹੁਣ ਆਹ ਜਿਹੜੀ ਅਸੀਂ ਵਿਜ਼ਨ ਦੀ ਮੈਂ ਗੱਲ ਕੀਤੀ ਸੀ ਵੇ ਬਰੂ ਸਾਹਿਬ ਹਨਾ ਜਗ੍ਹਾ ਕਿੰਨੀ ਜਿੱਦਾਂ ਪਵਿੱਤਰ ਹੋ ਚੁੱਕੀ ਆ ਉੱਥੇ ਸਾਧ ਸੰਗਤ ਜਿੱਦਾਂ ਪਹਿਲਾਂ ਆਪਾਂ ਸਾਧ ਸੰਗਤ ਨੂੰ ਦੱਸਦੇ ਵੇ ਉੱਥੇ ਕਾਫੀ ਭਗਤੀ ਹੋਈ ਸੀਗੀ ਤਪੱਸਿਆ ਹੋਈ ਸੀਗੀ ਤਾਂ ਗੁਰੂ ਗੋਬਿੰਦ ਸਿੰਘ ਵੀ ਉੱਥੇ ਆਏ ਸੀਗੇ। ਤਾਂ ਹੁਣ ਜਿੱਦਾਂ ਆਪਾਂ ਹੁਣ ਪੰਜ ਭੈਣ ਜੀ ਜਿੱਦਾਂ ਕਲਗੀਧਰ ਟਰਸਟ ਜਿੱਦਾਂ ਹੁਣ ਸਾਨੂੰ ਹੋਰ ਪਤਾ ਹੈਗਾ ਤਾਂ ਸੰਤ ਅਤਰ ਸਿੰਘ ਦੀ ਵਿਜ਼ਨ ਦਾ ਪਤਾ ਹੈਗਾ ਤੇ ਇਹ ਜਗ੍ਹਾ ਤਪ ਭੂਮੀ ਸੀ ਇੱਥੇ ਸਾਧ ਇਹ ਜਗ੍ਹਾ ਕਾਫੀ ਇੰਪੋਰਟੈਂਟ ਹੈਗੀ ਆ ਤੇ ਇਹ ਕਾਹਤੋਂ ਚੂਜ਼ ਕੀਤੀ ਸੀ ਤੁਹਾਡੇ ਕੀ ਖਿਆਲ ਸੀ ਇਹ ਸੁਣ ਕੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਸੰਗਤ ਜੀ ਭੈਣ ਜੀ ਅਸੀਂ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਸੀ ਆਪਾਂ ਲਾਸਟ ਪ੍ਰੋਗਰਾਮ ਤੇ ਵੀ ਗੱਲ ਕੀਤੀ ਸੀਗੀ ਕਿ ਅਸੀਂ ਜਦੋਂ ਬਾਬਾ ਜੀ ਉਹਨਾਂ ਨੂੰ ਮਿਲੇ ਸੀਗੇ 2017 ਵਿੱਚ ਅਸੀਂ ਜਦੋਂ ਉੱਥੇ ਕੈਂਪ ਤੇ ਗਏ ਸੀਗੇ
ਅਸੀਂ ਬਾਬਾ ਜੀ ਉਹਨਾਂ ਤੋਂ ਸਟੋਰੀਆਂ, ਉਹਨਾਂ ਦੀ ਲਾਈਫ ਸਟੋਰੀ ਸੁਣੀ। ਫਿਰ ਮੁੜ ਕੇ ਆਣ ਕੇ ਫਿਰ ਮੈਂ ਹੋਰ ਪੜ੍ਹਿਆ ਸੁਣਿਆ, ਤਾਂ ਮੈਂ ਇਹ ਲਰਨ ਕੀਤਾ ਆ ਬਾਬਾ ਜੀ ਉਹਨਾਂ ਦੀ ਸਟੋਰੀਆਂ ਤੋਂ ਕਿ ਜਦੋਂ ਸੰਤ ਤੇਜਾਜੀਤ ਸਿੰਘ ਹੁਣੀ ਰਿਟਰਨ ਹੋਏ ਸੀਗੇ ਹਾਰਵਰਡ ਯੂਨੀਵਰਸਿਟੀ ਤੋਂ, ਬਾਬਾ ਇਕਬਾਲ ਜੀ ਉਹਨਾਂ ਨੇ ਅਮਰੀਕਾ ਜਾਣਾ ਸੀਗਾ। ਤਾਂ ਉਹ ਫਿਰ ਸੰਤ ਤੇਜਾ ਸਿੰਘ ਜੀ ਉਹਨਾਂ ਨੂੰ ਮਿਲਣ ਗਏ ਸੀਗੇ ਪਾਉਂਟਾ ਸਾਹਿਬ। ਤਾਂ ਜਦੋਂ ਉੱਥੇ ਗਏ ਸੀਗੇ ਤਾਂ ਸੰਤ ਜੀ ਉਹਨਾਂ ਨੂੰ ਕਹਿੰਦੇ ਕਿ ਮੈਂ ਸੁਣਿਆ ਆ ਕਿ ਤੁਸੀਂ PhD ਕਰਨ ਚੱਲੇ ਆ, ਅਮਰੀਕਾ ਚੱਲੇ ਆ। ਤਾਂ ਬਾਬਾ ਇਕਬਾਲ ਜੀ ਕਹਿੰਦੇ ਨਹੀਂ, ਮੈਂ ਨਹੀਂ ਚੱਲੇ ਹੈਗੇ, ਕਿ ਮੇਰੇ ਪਿਤਾ ਜੀ ਮੈਨੂੰ ਭੇਜ ਰਹੇ ਹੈਗੇ ਆ। ਤਾਂ ਬਾਬਾ ਜੀ ਕਹਿੰਦੇ ਸੰਤ ਤੇਜਾਜੀਤ ਸਿੰਘ ਹੁਣੀ ਉਸ ਵੇਲੇ ਕਹਿੰਦੇ ਕਿ ਤੁਸੀਂ ਅਮਰੀਕਾ ਨਹੀਂ ਜਾਣਾ ਹੈਗਾ, ਕਿਉਂਕਿ ਕਿ ਤੁਹਾਨੂੰ ਮੈਂ ਪ੍ਰਗਟ ਕਰਨਾ ਹੈਗਾ ਆ ਬੋਡੂ ਨੂੰ। ਤਾਂ ਬਾਬਾ ਇਕਬਾਲ ਜੀ ਸਿੰਘ ਹੁਣੀ ਉਦੋਂ ਉਸ ਵੇਲੇ ਪੰਜਾਬ ਵਿੱਚ ਕੰਮ ਕਰਦੇ ਸੀਗੇ। ਤਾਂ ਫਿਰ ਉਹ ਸ਼ਿਫਟ ਹੋ ਗਏ ਸੀਗੇ ਹਿਮਾਚਲ ਨੂੰ, ਜਿੱਥੇ ਉਹ ਸਰਕਾਰੀ ਨੌਕਰੀ ਕਰਦੇ ਸੀਗੇ। ਤਾਂ ਸੰਤ ਤੇਜਾਜੀਤ ਸਿੰਘ ਉਹਨਾਂ ਨੂੰ ਬਾਬਾ ਇਕਬਾਲ ਜੀ ਉਹਨਾਂ ਨੂੰ ਦੱਸਿਆ ਸੀਗਾ ਕਿ ਇੱਕ ਧਰਤੀ ਹੈਗੀ ਆ, ਇੱਕ ਤਾਪੋ ਭੂਮੀ ਹੈਗੀ ਆ, ਜਿੱਥੇ ਸਾਧੂ ਸੰਤ ਜਿੱਦਾਂ ਤੁਸੀਂ ਹੁਣ ਸਾਨੂੰ ਦੱਸਿਆ ਹੈਗਾ ਆ, ਉੱਥੇ ਤਪੱਸਿਆ ਕਰਦੇ ਆ, ਕਿ ਆਪਾਂ ਉਹ ਜਗ੍ਹਾ ਬਹੁਤ ਪੁਰਾਣੀ ਪਿਛਲੇ ਸਮਿਆਂ ਦੀ ਹੈਗੀ ਆ, ਕਿ ਉਹ ਆਪਾਂ ਲੱਭਣੀ ਹੈਗੀ ਆ। ਤਾਂ ਕਿ ਮੈਂ ਇਹਨਾਂ ਨੂੰ ਬਾਬਾ ਜੀ ਉਹਨਾਂ ਨੇ ਇਹ ਦੱਸਿਆ ਸੀ ਤੁਸੀਂ ਤੁਹਾਡੀ ਮਿਸ਼ਨ ਹੈਗੀ ਆ। ਤਾਂ ਫਿਰ ਜਿਹੜੀ ਹੈਗੀ ਆ ਬੋੜੂ ਸਾਹਿਬ, ਇਹ ਸੋਲਨ ਤੋਂ 60 ਕਿਲੋਮੀਟਰ ਅਵੇ ਸੋਲਨ ਹੈਗਾ, ਹਿਮਾਚਲ ਪ੍ਰਦੇਸ਼ ਦੇ ਵਿੱਚ ਹੈਗਾ ਆ। ਉਹ ਉੱਥੇ ਬੋੜੂ ਸਾਹਿਬ ਹੈ। ਤਾਂ ਬੋੜੂ ਸਾਹਿਬ ਜਿੱਦਾਂ ਤੁਸੀਂ ਦੱਸਿਆ 400 ਏਕੜ ਤੇ ਹੈਗਾ ਆ। ਉਹ ਜਿਹੜੀ ਜਗ੍ਹਾ ਸੀਗੀ ਉਹ ਇੱਕ ਠਾਕੁਰ ਹੁੰਦਾ ਸੀ ਜੋਗਿੰਦਰ ਸਿੰਘ ਜੀ, ਉਹਨਾਂ ਦਾ ਸੀ। ਜਦੋਂ ਉੱਥੇ ਆਉਂਦੇ ਸੀ ਸਾਧੂ ਸੰਤ, ਜਿੱਦਾਂ ਹੁਣ ਤੁਸੀਂ ਦੱਸਿਆ ਹੈਗਾ ਆ, ਉਹ ਪਾਠ ਪੂਜਾ ਕਰਦੇ ਹੁੰਦੇ ਸੀਗੇ। ਜੋਗਿੰਦਰ ਜੀ ਹੁਣੀ ਉਹਨਾਂ ਨੂੰ ਲੰਗਰ ਪਾਣੀ ਛਕਾਉਂਦੇ ਹੁੰਦੇ ਸੀਗੇ। ਜਿਹੜਾ ਵੀ ਕੋਈ ਆਉਂਦਾ ਸੀਗਾ ਉੱਥੇ ਹਮੇਸ਼ਾ ਉਹਨਾਂ ਨੂੰ ਛਕਾਉਂਦੇ ਹੁੰਦੇ ਸੀਗੇ। ਤੇ ਇੱਕ ਦਿਨ ਇੱਕ ਸਾਧੂ ਸੰਤ ਆਏ ਸੀਗੇ, ਉੱਥੇ ਬੈਠੇ ਸੀਗੇ, ਜਿੱਥੇ ਹਮੇਸ਼ਾ ਆਣ ਕੇ ਬਹਿੰਦੇ ਹੁੰਦੇ ਸੀਗੇ ਸਾਧੂ ਸੰਤ। ਉੱਥੇ ਇੱਕ ਅਖਰੋਟ ਦਾ ਦਰਖਤ ਸੀਗਾ, ਉੱਥੇ ਬਹਿ ਕੇ ਸਾਰੇ ਪਾਠ ਪੂਜਾ ਕਰਦੇ ਹੁੰਦੇ ਸੀਗੇ। ਤਾਂ ਜੋਗਿੰਦਰ ਸਿੰਘ ਜੀ ਹੁਣੀ ਅੱਗੇ ਵਾਂਗੂ ਹੀ ਲੰਗਰ ਪਾਣੀ ਲੈ ਕੇ ਆਏ, ਉੱਥੇ ਰੱਖਿਆ। ਤਾਂ ਇਹ ਜਿਹੜੇ ਮਹਾਂਪੁਰਸ਼ ਬੈਠੇ ਸੀਗੇ, ਸਮਾਧੀ ਲਾ ਕੇ ਬੈਠੇ ਸੀਗੇ। ਤੇ ਜਦੋਂ ਉਹਨਾਂ ਨੇ ਆਪਣੀਆਂ ਅੱਖਾਂ ਖੋਲੀਆਂ, ਉਹਨਾਂ ਨੇ ਲੰਗਰ ਵੱਲ ਨਹੀਂ ਦੇਖਿਆ, ਉਹਨਾਂ ਨੇ ਜੋਗਿੰਦਰ ਸਿੰਘ ਵੱਲ ਦੇਖਿਆ। ਤਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਬਾਹਲਾ ਚਿਰ ਨਹੀਂ ਰਹਿਣਾ ਹੈਗਾ ਇਸ ਧਰਤੀ ਤੇ, ਇਹ ਗੁਰੂ ਨਾਨਕ ਦੀ ਧਰਤੀ ਹੈਗੀ ਆ, ਇਹ ਬਹੁਤ ਸਤਯੁਗ ਦੀ ਹੈ, ਬਹੁਤ ਚਿਰਾਂ ਪੁਰਾਣੀ ਜਗ੍ਹਾ ਹੈਗੀ ਆਪਣੀ। ਇੱਥੇ ਬਹੁਤ ਸੰਤ ਮਹਾਂਪੁਰਸ਼ਾਂ ਨੇ ਇੱਥੇ ਭਗਤੀ ਕੀਤੀ ਹੈਗੀ। ਆਪਣੇ 10ਵੇਂ ਗੁਰੂ ਵੀ ਇੱਥੇ ਆਣ ਕੇ ਉਹਨਾਂ ਨੇ ਵੀ ਬਲੈਸ ਕੀਤਾ ਹੈਗਾ ਆ ਇਸ ਜਗ੍ਹਾ ਨੂੰ। ਤੇ ਟਾਈਮ ਆਊਗਾ ਜਦੋਂ ਗੁਰੂ ਨਾਨਕ ਦੇ ਜਿਹੜੇ ਫੋਲੋਵਰਸ ਆ ਉਹ ਇੱਥੇ ਇਕੱਠੇ ਹੋਣਗੇ, ਇੱਥੇ ਨਾਮ ਸਿਮਰਨ ਜਾਪ ਹੋਊਗਾ। ਤਾਂ ਜਿਹੜੇ ਠਾਕੁਰ ਜੋਗਿੰਦਰ ਸਿੰਘ ਸੀ, ਉਹਨਾਂ ਨੂੰ ਤਾਂ ਬਹੁਤ ਗੁੱਸਾ ਚੜ ਗਿਆ। ਉਹ ਕਹਿੰਦੇ ਇਹ ਕੌਣ ਸਾਡੇ ਤੇ ਜਾਦੂ ਟੂਣਾ ਕਰਨ ਆ ਗਏ ਹੈਗੇ ਆ। ਤਾਂ ਉਹ ਗੁੱਸਾ ਇੰਨਾ ਆਇਆ, ਉਹਨਾਂ ਨੇ ਲੰਗਰ ਪਾਣੀ ਚੱਕ ਕੇ ਤਾਂ ਉਹ ਲੈ ਗਏ। ਤਾਂ ਉਹ ਲੈ ਗਏ ਤਾਂ ਥੋੜੇ ਚਿਰ ਬਾਅਦ ਉਹਨਾਂ ਦਾ ਗੁੱਸਾ ਢੈਲਾ ਹੋਇਆ। ਤਾਂ ਫਿਰ ਉਹ ਮੁੜ ਕੇ ਆ ਗਏ। ਜਦੋਂ ਮੁੜ ਕੇ ਆਏ, ਜਿਹੜੇ ਸਾਧੂ ਸੀਗੇ ਉਹ ਤਾਂ ਚਲੇ ਗਏ ਸੀਗੇ। ਫਿਰ ਉਹ ਜੋਗਿੰਦਰ ਸਿੰਘ ਨੂੰ ਥੋੜੇ ਚਿਰ ਬਾਅਦ ਉਹਨਾਂ ਦੇ ਪਿੰਡ ਵਾਲਿਆਂ ਦੇ ਨਾਲ ਅਣਬਣ ਹੋ ਗਈ। ਤਾਂ ਜਦੋਂ ਅਣਬਣ ਹੋ ਗਈ ਤਾਂ ਉਹਨਾਂ ਨੇ ਆਪਣਾ ਮਨ ਬਣਾ ਲਿਆ ਕਿ ਅਸੀਂ ਇੱਥੇ ਪਿੰਡ ਛੱਡ ਕੇ ਤਾਂ ਅਸੀਂ ਹੁਣ ਸ਼ਹਿਰ ਚਲੇ ਜਾਣਾ ਆ। ਤਾਂ ਜਦੋਂ ਉਹਨਾਂ ਦਾ ਏਦਾਂ ਆਪਣਾ ਮਨ ਬਣਾ ਲਿਆ ਤਾਂ ਸੰਤ ਤੇਜਾਜੀਤ ਸਿੰਘ ਹੁਣੀ ਉਹ 200 ਕਿਲੋਮੀਟਰ ਤੇ ਸੀਗੇ, ਉਹ ਕਰਦੇ ਸੀਗੇ, ਸੇਵਾ ਕਰ ਰਹੇ ਸੀਗੇ। ਸੰਤ ਅਤਰਜੀਤ ਸਿੰਘ ਜੀ ਹੁਣੀ ਦਾ ਜਨਮ ਸਥਾਨ ਗੁਰਦੁਆਰੇ ਤੇ। ਤਾਂ ਉਹਨਾਂ ਨੂੰ ਟੈਲੀਪੈਥਿਕ ਮੈਸੇਜ ਉਹਨਾਂ ਦੇ ਹਿਰਦੇ ਵਿੱਚ ਚਲੇ ਗਈ। ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਗਿਆ। ਤੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ, ਸੰਤ ਤੇਜਾਜੀਤ ਸਿੰਘ ਉਹਨਾਂ ਨੇ ਆਪਣੇ ਸੇਵਾਦਾਰ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਬਾ ਇਕਬਾਲ ਜੀ ਸਿੰਘ ਉਹਨਾਂ ਕੋਲ ਜਾ ਕੇ ਤਾਂ ਉਹਨਾਂ ਨੂੰ ਸੁਨੇਹਾ ਦੇਵੋ ਕਿ ਜਿਹੜੇ ਆਪਾਂ ਗਾਉਂ ਲੱਭਦੇ ਆ ਉਹ ਵਿਕ ਰਿਹਾ ਹੈਗਾ ਹੈ, ਕਿ ਉਹਨਾਂ ਨੂੰ ਜਾ ਕੇ ਉਹ ਧਰਤੀ ਲੱਭਣੀ ਪੈਣੀ ਆ। ਤਾਂ ਬਾਬਾ ਜੀ ਹੁਣੀ ਉਸ ਵੇਲੇ ਪਾਉਂਟਾ ਸਾਹਿਬ ਦੇ ਲਾਗੇ ਉੱਥੇ ਕੰਮ ਕਰਦੇ ਸੀਗੇ। ਤਾਂ ਬਾਬਾ ਜੀ ਉਹਨਾਂ ਨੇ ਸੋਲਨ ਤੋਂ ਬੱਸ ਫੜੀ। ਬੱਸ ਤੋਂ ਜਦੋਂ ਉਤਰੇ, ਉੱਥੋਂ ਫਿਰ ਗਾਹਾਂ ਰਾਹ ਰਸਤੇ ਨਹੀਂ ਹੁੰਦੇ ਸੀਗੇ। ਬਾਬਾ ਜੀ ਉਹਨਾਂ ਨੇ ਸਾਨੂੰ ਦੱਸਿਆ ਸੀ, ਕਹਿੰਦੇ 60 ਕਿਲੋਮੀਟਰ ਤੇ ਕੋਈ ਰਸਤਾ ਨਹੀਂ ਹੁੰਦਾ ਸੀਗਾ, ਪੈਦਲ ਹੀ ਜਾਣਾ ਪੈਂਦਾ ਸੀ। ਤਾਂ ਫਿਰ ਪੈਦਲ ਹੀ ਗਏ। ਬਾਬਾ ਜੀ ਕਹਿੰਦੇ ਅਸੀਂ ਉੱਪਰ ਥੱਲੇ ਚੜ੍ਹਦੇ ਪਹਾੜੀਆਂ ਤੇ, ਕਦੇ ਬਹੁਤ ਜੰਗਲ ਸੀ। ਤਾਂ ਬਾਬਾ ਜੀ ਕਹਿੰਦੇ ਮੈਂ ਬਹਿ ਗਿਆ, ਮੈਂ ਕਿਹਾ ਕਿੱਥੇ ਸਾਨੂੰ ਸੰਤ ਜੀ ਉਹਨਾਂ ਨੇ ਸਾਨੂੰ ਕਿੱਥੇ ਭੇਜ ਦਿੱਤਾ ਆ ਜੰਗਲਾਂ ਦੇ ਵਿੱਚ, ਇੱਥੇ ਸ਼ੇਰ ਆ, ਇੱਥੇ ਬਾਂਦਰ ਆ, ਜਾਨਵਰ ਕਿੰਨੇ ਹੈਗੇ ਆ। ਤਾਂ ਜਦੋਂ ਬਹਿ ਕੇ ਉਹਨਾਂ ਨੇ ਦੇਖਿਆ ਆਲਾ ਦੁਆਲਾ, ਉਹਨਾਂ ਨੂੰ ਉਹੀ ਨਕਸ਼ਾ ਉਹਨਾਂ ਦੇ ਸਾਹਮਣੇ ਆ ਗਿਆ ਕਿ ਇਹ ਤਾਂ ਆਪਣੀ ਉਹ ਧਰਤੀ ਆ ਜਿਹੜੀ ਸਾਨੂੰ ਹੁਕਮ ਕੀਤਾ ਆ, ਇਹ ਸਾਨੂੰ
ਬਾਬਾ ਜੀ ਉਹਨਾਂ ਨੂੰ ਉਸੇ ਵੇਲੇ ਦੱਸ ਪਈ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹੀ ਹੈਗੀ ਆ। ਤੇ ਫਿਰ ਉਸ ਵੇਲੇ ਬਾਬਾ ਇਕਬਾਲਜੀਤ ਸਿੰਘ ਹੁਣੀ ਫਿਰ ਮੁੜ ਕੇ ਪੈਦਲ ਤੁਰੇ। ਉਹ ਸੋਲਨ ਨੂੰ ਜਦੋਂ ਉੱਥੇ ਪਹੁੰਚ ਗਏ, ਫਿਰ ਉਹਨਾਂ ਨੇ ਸੰਤ ਤੇਜਾਜੀਤ ਸਿੰਘ ਹੁਣਾਂ ਨੂੰ ਮੈਸੇਜ ਭੇਜੀ ਕਿ ਸਾਨੂੰ ਜਿਹੜਾ ਆਪਾਂ ਥਾਂ ਲੱਭਦੇ ਪਏ ਹੈਗੇ ਆ, ਉਹ ਆਪਾਂ ਨੂੰ ਲੱਭ ਪਿਆ ਆ। ਸੰਤ ਤੇਜਾਜੀਤ ਸਿੰਘ ਹੁਣਾਂ ਨੇ ਨਾ ਦੇਖਣ ਗਏ, ਉਹਨਾਂ ਨੇ ਸੁਨੇਹਾ ਭੇਜ ਦਿੱਤਾ ਜੋਗਿੰਦਰ ਸਿੰਘ ਜੀ ਉਹਨਾਂ ਨੂੰ ਕਿ ਅਸੀਂ ਇਹ ਥਾਂ ਲੈਣਾ ਆ, 400 ਏਕੜ ਤੇ ਹੈਗਾ ਆ। ਤਾਂ ਉਹਨਾਂ ਨੇ, ਜਿੱਦਾਂ ਤੁਸੀਂ ਕਿਹਾ, 1956 ਦੇ ਵਿੱਚ ਉਹਨਾਂ ਨੇ ਸੌਦਾ ਕਰ ਲਿਆ। ਜਿੰਨੇ ਵੀ ਉਹਨਾਂ ਨੇ ਪੈਸੇ ਮੰਗੇ ਉਹਨਾਂ ਨੂੰ ਦੇ ਦਿੱਤੇ। ਤਾਂ ਫਿਰ 1959 ਦੇ ਵਿੱਚ ਸੰਤ ਤੇਜਾਜੀਤ ਸਿੰਘ ਹੁਣੀ ਉਦੋਂ 82 ਸਾਲਾਂ ਦੇ ਸੀਗੇ। ਉਹ 20 ਸ਼ਰਧਾਲੂਆਂ ਦੇ ਨਾਲ ਬੋੜੂ ਸਾਹਿਬ ਪਹੁੰਚੇ। ਉੱਥੇ ਪਹੁੰਚ ਕੇ ਉਹਨਾਂ ਨੇ ਕੈਂਪ, ਇੱਕ ਤੰਬੂ ਲਾ ਕੇ, ਇੱਕ ਮਿੱਟੀ ਦੀ ਝੁੱਗੀ ਬਣਾ ਕੇ, ਤਾਂ ਉੱਥੇ ਉਹਨਾਂ ਨੇ ਪਹਿਲਾਂ ਅਖੰਡ ਪਾਠ ਆਰੰਭ ਕੀਤਾ। ਤਾਂ ਫਿਰ ਉੱਥੇ ਗੁਰੂ ਬਾਬਾ ਮਹਾਰਾਜ ਦੀ ਅਰਦਾਸ ਕੀਤੀ। ਤਾਂ ਅਰਦਾਸ ਕਰਕੇ ਏਦਾਂ ਉਹਨਾਂ ਨੇ ਪ੍ਰਾਪਤ ਕੀਤਾ, ਤਾਂ ਸਟਾਰਟ ਕੀਤਾ। ਤਾਂ ਬਾਬਾ ਜੀ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਫਿਰ ਕਿ ਜਦੋਂ ਬਾਬਾ ਜੀ ਚਾਹੁੰਦੇ ਸੀ ਕਿ ਮੈਂ ਕੰਮ ਨਹੀਂ ਕਰਨਾ ਹੈਗਾ, ਕਹਿੰਦੇ ਜਦੋਂ ਥਾਂ ਪ੍ਰਾਪਤ ਹੋਇਆ ਮੈਨੂੰ ਉਸ ਵੇਲੇ ਸਮਝ ਲੱਗੀ ਕਿ ਮੈਨੂੰ ਕਾਹਤੇ ਸੰਤ ਜੀ ਕਹਿੰਦੇ ਸੀ ਕਿ ਮੈਨੂੰ ਕੰਮ ਕਰਨਾ ਪੈਣਾ ਆ। ਕਿਉਂਕਿ ਜਦੋਂ ਬਾਬਾ ਜੀ ਹੁਣੀ ਕੰਮ ਕਰਦੇ ਸੀ, ਬਾਬਾ ਜੀ ਹੁਣੀ ਇੰਸਪੈਕਟਰ ਸੀਗੇ, ਫਿਰ ਡੈਪੂਟੀ ਇੰਸਪੈਕਟਰ ਬਣ ਗਏ, ਫਿਰ ਡਾਇਰੈਕਟਰ ਆਫ ਐਗਰੀਕਲਚਰ ਬਣ ਗਏ। ਤਾਂ ਉਹ ਬਣ ਕੇ ਬਾਬਾ ਜੀ ਉਹਨਾਂ ਦੀ ਰਹਿਣੀ ਬਹਿਣੀ ਵੱਡੇ ਵੱਡੇ ਸਰਕਾਰੀ ਜੱਜਾਂ ਦੇ ਨਾਲ, ਸਰਕਾਰੀ ਅਫਸਰਾਂ ਦੇ ਨਾਲ ਸੀਗੀ। ਤਾਂ ਉਹਨਾਂ ਨੂੰ ਬਹੁਤ, ਬਾਬਾ ਜੀ ਉਹਨਾਂ ਨੂੰ ਰਿਸਪੈਕਟ ਦਿੰਦੇ ਹੁੰਦੇ ਸੀਗੇ। ਤਾਂ ਬਾਬਾ ਜੀ ਉਹਨਾਂ ਨੂੰ ਗਿਆਨੀ ਜੀ ਸਾਦੇ ਹੁੰਦੇ ਸੀਗੇ, ਕਿਉਂਕਿ ਬਾਬਾ ਜੀ ਹੁਣੀ ਆਪਣਾ ਚਿੱਟਾ ਕੁੜਤਾ ਪਜਾਮਾ, ਚੂੜੀਦਾਰ ਪਜਾਮੇ, ਜਿੱਦਾਂ ਹੀ ਹੁਣ ਸੰਗਤ ਉੱਥੇ ਨਿਆਣੇ ਬੱਚੇ ਸਾਰੇ ਪਾਉਂਦੇ ਹੈਗੇ ਆ, ਉਸ ਤਰ੍ਹਾਂ ਕੱਪੜਾ ਪਾਉਂਦੇ ਹੁੰਦੇ ਸੀਗੇ। ਤਾਂ ਉਹ ਬਾਬਾ ਜੀ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਕੋਈ ਫਿਕਰ ਨਹੀਂ ਕਰਨਾ ਹੈਗਾ, ਕਿ ਜਿਹੜਾ ਕੋਈ ਵੀ ਪੇਪਰ ਵਰਕ ਕਾਰਵਾਈ ਕੰਮ ਕਰਨਾ ਆ, ਅਸੀਂ ਤੁਹਾਡਾ ਕਰਾਂਗੇ। ਜਿੱਦਾਂ ਤੁਹਾਨੂੰ ਵੀ ਹੁਣ ਪਤਾ ਜੀ, ਆਪਾਂ ਕੁਛ ਵੀ ਲੈਂਦੇ ਆ, ਕਿੰਨਾ ਕੁਛ ਕਰਨਾ ਪੈਂਦਾ ਆ। ਬਾਬਾ ਜੀ ਉਹਨਾਂ ਨੂੰ ਉਸ ਟਾਈਮ ਤੇ ਪਤਾ ਲੱਗਾ ਕਿ ਮੈਨੂੰ ਹੁਣ ਸਮਝ ਲੱਗੀ ਆ ਕਿ ਕਿਉਂ ਮੈਨੂੰ ਸੰਤ ਜੀ ਕਿਉਂ ਕੰਮ ਕਰਾ ਰਹੇ ਸੀਗੇ, ਕਿ ਮੈਨੂੰ ਕਹਿੰਦੇ ਸੀ ਮੈਨੂੰ ਕੰਮ ਕਰਨਾ ਪੈਣਾ ਹੈਗਾ ਆ। ਤੇ ਜਦੋਂ ਅਰਦਾਸ ਕਰ ਲਈ, ਫਿਰ ਜਿਹੜੇ ਸ਼ਰਧਾਲੂ ਸੀਗੇ ਤਾਂ ਉਹਨਾਂ ਨੂੰ ਤਾਂ ਬਹੁਤ ਫਿਕਰ ਹੋ ਗਿਆ ਕਿ ਇਹ ਅਰਦਾਸ ਤਾਂ ਕਰ ਲਈ ਆ, ਇੱਥੇ ਆਪਾਂ ਜੰਗਲਾਂ ਦੇ ਵਿੱਚ ਕੋਈ ਹੈ ਨੀ ਗਾ, ਇੱਥੇ ਆਪਾਂ ਕੀ ਕਰਾਂਗੇ। ਤਾਂ ਉਦੋਂ ਸੰਤ ਤੇਜਾਜੀਤ ਸਿੰਘ ਉਹਨਾਂ ਨੇ ਕਿਹਾ ਕਿ ਤੁਸੀਂ ਠੀਕ ਫਾਈਟ, ਕਹਿੰਦੇ ਕਿ ਤੁਸੀਂ, ਕਹਿੰਦੇ ਜਿੱਦਾਂ ਆਪਾਂ ਇੱਕ ਬੀਜੀ ਦਾ ਹੈਗਾ ਆ ਨਾ, ਉਹ ਹੌਲੀ ਹੌਲੀ ਕਿੱਦਾਂ ਵੱਡਾ ਹੁੰਦਾ ਹੈਗਾ ਆ। ਤੁਸੀਂ ਦੇਖਿਓ ਇੱਕ ਦਿਨ ਇੱਥੇ ਵੀ ਹੈ ਨਾ, ਬਹੁਤ ਵੱਡੀ ਜਗ੍ਹਾ ਹੋਊਗੀ ਜਿੱਥੇ ਸਪਿਰਿਚੁਅਲ ਤੇ ਹਾਈ ਕੁਆਲਿਟੀ ਸਾਇੰਟਿਫਿਕ ਐਜੂਕੇਸ਼ਨ ਹੋਊਗੀ। ਜਿਨ੍ਹਾਂ ਦੇ ਦਿਲ ਭਰੇ ਹੋਏ ਹੈਗੇ ਗੁਰੂ ਨਾਨਕ ਦੇਵ ਜੀ ਦੇ ਸਪਿਰਿਚੁਅਲ ਰਿਚਿਸ ਹੈ ਨਾ, ਉਹ ਆਪੇ ਇਸ ਜਗ੍ਹਾ ਤੇ ਆਉਣਗੇ। ਇਹ ਸਹੀ ਗੱਲ ਹੈ, ਮੈਂ ਵੀ ਆਪੇ ਹੀ ਉੱਥੇ ਪਹੁੰਚੀ ਕਿ ਸਾਡਾ ਮਨ ਗੁਰੂ ਨਾਨਕ ਦੇ ਟੀਚਿੰਗਸ, so I really do believe that। ਐਂਡ ਹੁਣ ਅੱਜ ਵੀ ਆਪਾਂ ਉੱਥੇ ਦੇਖ ਰਹੇ ਹਾਂ, ਜਿੱਦਾਂ ਪੈਂਡੈਮਿਕ ਦੇ ਵਿੱਚ ਹੈਗਾ ਆ, ਲੋਕਡਾਊਨ ਸੀਗਾ, ਇੱਕ ਸਕੂਲ ਸਿਰਫ ਬੋੜੂ ਸਾਹਿਬ ਸੀਗਾ ਵਰਲਡ ਦੇ ਵਿੱਚ ਜਿਹੜਾ ਖੁੱਲਾ ਰਿਹਾ ਸੀਗਾ, ਬੋਰਡਿੰਗ ਸਕੂਲ ਹੈ ਨਾ। ਇਹ ਵੀ ਕਰਕੇ ਜਿੱਥੇ ਹੈਗੇ ਆ ਹਿਮਾਲਯਸ ਦੇ ਵਿੱਚ ਇੱਡੇ ਵੱਡੇ ਪਹਾੜ, ਤੁਸੀਂ ਦੱਸਿਆ ਕਿੰਨੇ ਉੱਥੇ ਇਲਾਕੇ ਮਾਊਂਟੇਨਸ ਹੈਗੀਆਂ ਹੈ। ਤਾਂ ਉਸ ਅਰਦਾਸ ਦੇ ਵਿੱਚ ਕਿੰਨਾ ਬਲ ਸੀਗਾ, ਇੰਨਾ ਬਲ ਸੀਗਾ ਕਿ that's why we've got what we have got today। ਤਾਂ ਇਸ ਤਰ੍ਹਾਂ ਆਪਾਂ ਨੂੰ ਇਹ ਪ੍ਰਾਪਤ ਹੋਈ ਹੈਗੀ ਇਹ ਧਰਤੀ, ਤਾਪੋ ਭੂਮੀ। ਥੈਂਕ ਯੂ ਭੈਣ ਜੀ, ਬਹੁਤ ਹੀ ਸੋਹਣੀ ਤੁਸੀਂ ਸਾਖੀ ਸੁਣਾਈ ਸਾਨੂੰ ਸੰਗਤ ਨੂੰ। ਤਾਂ ਭੈਣ ਜੀ ਦੇ ਜਿੱਦਾਂ ਇਹ ਜਿਹੜੀ ਜਗ੍ਹਾ ਇਸ ਕੁਆਇਟ ਸਿਗਨੀਫਿਕੈਂਟ ਕਰਕੇ ਜੇ ਆਪਾਂ ਸੋਚੀਏ, ਜਿੱਦਾਂ ਉੱਥੇ ਪਹਿਲੀਆਂ ਦੇ ਵਿੱਚ ਤਪੱਸਿਆ ਹੋ ਰਹੀ ਸੀਗੀ, ਭਗਤੀ ਹੋ ਰਹੀ ਸੀਗੀ, ਤਾਂ ਕਾਫੀ ਜਿੱਦਾਂ ਸਾਧ ਸੰਤ ਉੱਥੇ ਜਾ ਕੇ ਪਾਠ ਪੂਜਾ ਕਰਦੇ ਸੀ। ਤਾਂ ਫਿਰ ਜਿਹੜਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਉੱਥੇ ਵੀ ਉਹ ਹੋ ਗਏ ਸੀ ਹਨਾ, ਪਹੁੰਚੇ ਸੀਗੇ। ਤਾਂ ਉਸ ਟਾਈਮ ਦੇ ਵਿੱਚ ਜਿੱਦਾਂ ਹੁਣ ਆਪਾਂ ਦੇਖੀਏ ਭੈਣ ਜੀ, ਜਦੋਂ ਤੁਸੀਂ ਦੱਸਿਆ ਸਾਨੂੰ ਇਸ ਜਗ੍ਹਾ ਤੇ ਵੀ ਕੋਈ ਗੱਡੀਆਂ ਭੇਡਾਂ ਤੋਰੋ ਸੀਗਾ, ਉਦੋਂ ਤਾਂ ਜਿੱਦਾਂ ਜਾਂ ਪੈਦਲ ਬੰਦਾ ਜਾਂਦਾ ਸੀ, ਉਹ ਇੰਨੇ ਦੂਰ ਤੁਸੀਂ ਦੇਖ ਲਓ ਕਿੱਥੇ 10ਵੇਂ ਪਾਤਸ਼ਾਹ ਉੱਥੇ ਪਹੁੰਚੇ ਸੀਗੇ। ਤਾਂ ਹੁਣ ਜਿੱਦਾਂ ਜਦੋਂ ਵਿਜ਼ਨ, ਜਦੋਂ ਸੰਤ ਅਤਰ ਸਿੰਘ ਤੇ ਸੰਤ ਤੇਜਾ ਸਿੰਘ ਦੀ ਸੀਗੀ ਵੀ ਉਸ ਜਗ੍ਹਾ ਤੇ ਪਹੁੰਚਣਾ ਆ, ਤਾਂ ਉੱਥੇ ਜਿੱਦਾਂ ਅਖੰਡ ਪਾਠ ਹੋਇਆ ਸੀਗਾ, ਰੱਖਿਆ ਸੀਗਾ, ਤਾਂ ਅਰਦਾਸ ਹੋਈ ਸੀ, ਉਹ ਵੀ ਪੈਦਲ ਹੀ ਜਾਣਾ ਪਿਆ ਸੀ ਹਨਾ। ਇੰਨੀ ਜਿੱਦਾਂ ਹਿੰਮਤ ਸੀ ਉਹਨਾਂ ਕੋਲ, ਜਿਹੜਾ ਉਹ
ਹੁਕਮ ਦੇ ਨਾਲ ਉਸ ਜਗ੍ਹਾ ਤੇ ਪਹੁੰਚ ਗਏ ਸੀਗੇ। ਹਾਂਜੀ, ਨਾਲੇ ਸੰਤ ਅਤਰਜੀਤ ਸਿੰਘ ਹੁਣਾਂ ਜੀ ਮਸਤਵਾਨੇ ਵਾਲਿਆਂ ਦੀ ਉਹਨਾਂ ਦੀ ਵੀ ਇਹ ਵਿਜ਼ਨ ਸੀਗੀ ਹੈ ਨਾ। ਉਹਨਾਂ ਨੇ ਕਿਹਾ ਸੀਗਾ ਕਿ ਇੱਕ ਆਪਾਂ ਪਲੇਸ ਇੱਕ ਹੋਣਾ ਹਿਮਾਲਯਸ ਦੇ ਵਿੱਚ ਜਿਹੜਾ ਆਪਣੇ ਬੱਚਿਆਂ ਨੂੰ ਪ੍ਰਾਪਤ ਹੋਊਗਾ, ਮਿਲੂਗਾ ਸਾਨੂੰ, ਤਾਂ ਉੱਥੇ ਉਹ ਪੜ੍ਹਨਗੇ, ਆਪਣੀ ਸਾਇੰਟੀਫਿਕ ਪੜ੍ਹਾਈ ਵੀ ਹੋਊਗੀ ਤਾਂ ਆਪਣੀ ਸਪਿਰਿਚੁਅਲ ਪੜ੍ਹਾਈ ਵੀ ਹੋਊਗੀ। ਤਾਂ ਉਹਨਾਂ ਦੀ ਵਿਜ਼ਨ ਸੀਗੀ, ਤਾਂ ਹੁਣ ਆਪਾਂ ਦੇਖੋ ਉਹਨਾਂ ਦੀ ਵਿਜ਼ਨ ਕਿੱਦਾਂ ਪੂਰੀ ਹੋ ਰਹੀ ਹੈਗੀ ਆ। ਜੀ ਥੈਂਕ ਯੂ ਪਮਜੀਤ ਭੈਣ ਜੀ। ਤਾਂ ਦਾਲੀ ਪੈਨੈਸ ਜੀ ਭੈਣ ਜੀ, ਤਾਂ ਜਦੋਂ ਤੁਸੀਂ ਇਹ ਸੁਣਿਆ ਸੀ ਵੀ ਜਿਹੜਾ ਸਿਗਨੀਫੀਕੈਂਸ ਹੈਗਾ ਵੇ ਬੜੂ ਸਾਹਿਬ, ਇਟਸ ਨੋ ਅਦਰ ਸਾਈਡ, ਇਹ ਜਗ੍ਹਾ ਜਿਹੜੀ ਸੀਗੀ ਵੇ ਸਪੈਸ਼ਲੀ ਚੂਜ਼ ਕੀਤੀ ਸੀ, ਚੁਣੀ ਗਈ ਸੀਗੀ ਹਨਾ ਵੇ ਕਰਕੇ ਇਹ ਤਪਭੂਮੀ ਜਗ੍ਹਾ ਸੀਗੀ। ਤਾਂ ਇੱਥੇ ਪਾਠ ਪੂਜਾ ਹੋ ਰਿਹਾ ਸੀ ਪਿਛਲਿਆਂ ਚ। ਜਦੋਂ ਤੁਸੀਂ ਇਹ ਸੁਣਿਆ ਸੀ ਤੁਹਾਨੂੰ ਕਿੱਦਾਂ ਲੱਗਾ ਸੀ? What did you think about the significance of Baru Sahib as a site, as a place of study for these children? ਹਾਂਜੀ Benji, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you Benji. Yeah, so Benji's already described it really, really well, and yourself, and just going through the story of how Sant Utter Singh Ji's vision was to create this, this spiritual centre for children and for education. It's just brilliant. Obviously the site is so spiritually blessed and sacred because obviously you said Guru Nanak's been there, Guru Gobind Singh Ji has been there, so the site's already blessed. And I think the story of how Baru Sahib was actually found, through the spiritual people going there to do meditation, and Joginder Singh owning the land, and the spiritual people seeing that Sikh people, that Guru Nanak's followers were going to be here, and obviously Sant Utter Singh Ji's vision, it just feels like it was all meant to be, and it's such a beautiful blessed site to create, to grow a seed which has grown into this amazing vision now, that Sant Utter Singh Ji, Sant Tej Singh Ji and Babaji Iqbal Singh Ji have formed. So just that story just makes me feel that it was meant to be there, and just how you mentioned, it was difficult for them to get there. There's no roads, it's nothing was built. There was nothing there built for them, and to start off something really small, I know that initially the Ardas and everything there was just in a small hut, a small place. The school there was built for, I think it was just 5 children to begin with, and then it's grown, and this is lovely because I feel like it was meant to be there. The vision was there, other people could see it, that Sikh people were going to be there, recite Gurbani there, teach children, an educational centre. So yeah, I think it definitely was meant to be, and what a lovely place as well. So the Valley of Divine Peace, I think it's just amazing, Benji. So yeah, when I read upon it, I just thought, yes, it was definitely meant to be there. Yes, Benji, it was a very it was this jagah, it was destined, it was hallowed ground. Bhakti kafi ho chukki sigi, belliyan de vich, it was blessed to have the gurus having visited there. There was a real significance of why Baru Sahib, and Sant Utter Singh's vision, and how Baba Iqbal Singh followed that vision and created such a beautiful and prestigious site, because ਇਹ ਜਗ੍ਹਾ is world class ਹੈਗੀ ਆ ਵੇ ਹਨਾ ਵੇ। ਕਾਫੀ ਜਿੱਥੋਂ ਸ਼ੁਰੂ ਹੋਈ ਸੀ ਤੇ ਹੁਣ ਆਪਾਂ ਕਿੱਥੇ ਤੱਕ ਪਹੁੰਚੇ, ਤਾਂ ਹਲੇ ਵੀ ਬਹੁਤ ਹੋਰ ਕੰਮ ਕਰਨ ਵਾਲਾ ਹੈਗਾ ਆ ਹਨਾ। But it's what a way to start. I know, it's so nice. So there's a real distinct difference about education ਕਰਕੇ ਆਪਾਂ ਕਾਫੀ ਵਾਰੀ ਗੱਲ ਕੀਤੀ ਹੈਗੀ ਆ ਵੇ Baru Sahib and Galgita Trust, the heart of their values of their education is about spirituality and Guru Mat. And in the UK we have a different focus. We're probably more scientific based education and literacy. So there's a real distinct difference approach to education here in the UK, but whereas
there's more of a focus on literacy and science compared to Sant Atar Singh's vision of combining Gurumat and literacy padhai. So Banji, from your experience, ਜਦੋਂ ਤੁਸੀਂ ਗਏ ਸੀਗੇ Baru Sahib, how was the daily school day at Baru Sahib? How is it sort of different, or what did you see there? ਜਿੱਦਾਂ ਵੇ ਆ ਜਿਹੜੀ ਹੈਗੀ ਆ ਦੋਵੇਂ ਚੀਜ਼ਾਂ ਵੇ ਪੜ੍ਹਾਈ ਵੀ ਹੈਗੀ ਆ ਗੁਰਮਤਿ ਵੀ ਹੈਗੀ ਆ, ਕਿੱਦਾਂ ਉਹ ਬੱਚੇ ਦੀ ਲਾਈਫ ਦੇ ਵਿੱਚ ਸੀ ਦਿਨ ਬ ਦਿਨ, ਉੱਥੇ ਕਿੱਦਾਂ ਨਿਆਣੇ ਪੜ੍ਹਦੇ ਸੀਗੇ ਜਦੋਂ ਤੁਸੀਂ ਦੇਖਿਆ ਸੀਗਾ? ਜਦੋਂ ਅਸੀਂ ਗਏ ਸੀ ਭੈਣ ਜੀ, ਸਾਨੂੰ ਵੀ ਜਿੱਦਾਂ ਬੱਚੇ ਸੀਗੇ ਨਾ, ਉਹਨਾਂ ਨੂੰ ਸਵੇਰ ਨੂੰ ਵੇਲੇ ਸਿਰ ਉੱਠ ਕੇ ਆਪਣਾ ਨਿਤਨੇਮ ਕਰਨਾ ਪੈਂਦਾ ਸੀਗਾ, ਸਾਨੂੰ ਵੀ ਉਸ ਤਰ੍ਹਾਂ ਕਰਨਾ ਪਿਆ ਸੀਗਾ। ਅਸੀਂ ਦੇਖਿਆ ਸੀਗਾ ਕਿ ਨਿਆਣੇ ਬੱਚੇ ਸਵੇਰ ਨੂੰ ਪਹਿਲਾਂ ਉੱਠ ਕੇ ਨਿਤਨੇਮ ਆਪਣਾ ਪਹਿਲਾਂ ਕਰਦੇ ਸੀ, ਆਪਣੇ ਬ੍ਰੇਕਫਾਸਟ ਤੋਂ ਪਹਿਲਾਂ ਕੁਛ ਨਿਤਨੇਮ ਕਰਨਾ। ਤਾਂ ਪਹਿਲਾਂ ਅਸੀਂ ਦੇਖਿਆ ਸੀ ਕਿ ਬੱਚੇ ਜਿੱਦਾਂ ਜਿਹੜੇ ਵੱਡੇ ਨਿਆਣੇ ਸੀਗੇ ਉਹ 4 ਵਜੇ ਸਟਾਰਟ ਹੁੰਦੇ ਸੀ, ਫਿਰ 6 ਵਜੇ ਉਦੋਂ ਛੋਟੇ ਨਿਆਣੇ, ਫਿਰ ਜਿਹੜੇ ਉਦੋਂ ਛੋਟੇ ਸੀ ਉਹ 7 ਵਜੇ ਆਉਂਦੇ ਹੁੰਦੇ ਸੀਗੇ। and it was really amazing to see, ਕਿਉਂਕਿ ਉਹ ਮਹਾਰਾਜ ਦੇ ਦਰਬਾਰ ਦੇ ਸਾਹਿਬ ਦੇ ਵਿੱਚ ਹੀ ਬਹਿ ਕੇ ਉੱਥੇ ਆਪਣਾ ਨਿਤਨੇਮ ਆਪਣੀ ਅਸੈਂਬਲੀ ਕਰਦੇ ਸੀਗੇ। ਤਾਂ ਅਸੀਂ ਵੀ ਉੱਥੇ ਦੇਖਿਆ, ਤਾਂ ਅਸੀਂ ਵੀ ਉੱਥੇ ਸੀਗੇ, ਹਾਜ਼ਰ ਸੀਗੇ, ਅਸੀਂ ਵੀ ਬੈਠੀ ਦਾ ਸੀਗਾ। ਐਂਡ ਪ੍ਰਾਇਮਰੀ ਫੋਕਸ ਪਹਿਲਾਂ ਉਹ ਸਪਿਰਿਚੁਅਲ ਸੀਗਾ, ਤੇ ਐਜੂਕੇਸ਼ਨ, ਵਰਲਡਲੀ ਐਜੂਕੇਸ਼ਨ ਉਹ ਸੈਕੰਡ ਸੀਗਾ। ਤਾਂ ਬਾੜੂ ਸਾਹਿਬ ਉੱਥੇ ਬਿਲੀਵ ਕਰਦੇ ਆ ਕਿ ਜਿਹੜੀ ਧਾਰਮਿਕ ਵਿਦਿਆ ਲਓ ਉਹ ਪ੍ਰਾਪਤ ਕਰੋ ਪਹਿਲੋਂ, ਤੇ ਫਿਰ ਉਦੋਂ ਬਾਅਦ ਸਾਇੰਟੀਫਿਕ। ਤਾਂ ਇਹੀ ਆਪਣੇ ਬੱਚਿਆਂ ਦੇ ਵਿੱਚ ਉਹ ਇਨਸਟਿਲ ਕਰਦੇ ਹੈਗੇ ਆ, ਫਿਰ ਉਹ ਪੋਜ਼ਿਟਿਵ ਨਿਆਣਿਆਂ ਦੇ ਵਿੱਚ ਫੀਲਿੰਗਸ, ਗੁੱਡ ਵੈਲਿਊਜ਼ ਇਨਸਟਿਲ ਕਰ ਰਹੇ ਹੈਗੇ ਆ। And also worldly education sometimes takes us away from spirituality. That's why we need to teach this to our children at a very, very, very early age. And that's what they're doing at Baru Sahib. ਹੁਣ ਆਪਾਂ ਵੀ ਜਿਹੜਾ ਕੋਈ ਵੀ ਕੰਮ ਕਰਦੇ ਆ, ਪਹਿਲਾਂ ਆਪਾਂ ਪਰਮਾਤਮਾ ਦਾ ਨਾਮ ਲੈਂਦੇ ਆ ਨਾ, ਉਹ ਕਰਕੇ ਆਪਾਂ ਨੂੰ ਸਿਖਾ ਲਿਆ ਆ। ਜੇ ਆਪਾਂ ਆਪਣੇ ਬੱਚਿਆਂ ਨੂੰ ਵੀ ਸਿਖਾ ਲਾਂਗੇ, ਜਿੱਦਾਂ ਉੱਥੇ ਬਾੜੂ ਸਾਹਿਬ ਸਿਖਾ ਰਹੇ ਹੈਗੇ ਆ ਕਿ ਪੜ੍ਹਨਾ ਵੀ ਹਾਂਜੀ ਜ਼ਰੂਰੀ ਹੈਗਾ ਆ, ਪਰ ਪਹਿਲਾਂ ਆਪਣਾ ਪਰਮਾਤਮਾ ਦਾ ਨਾਮ ਲੈਣਾ ਆ, ਪਾਠ ਨਿਤਨੇਮ ਕਰਨਾ ਆ, ਅਸੈਂਬਲੀ ਵਿੱਚ ਉੱਥੇ ਬਹਿੰਦੇ ਆ, ਆਪਣਾ ਕੀਰਤਨ ਕਰਦੇ ਆ, ਉਦੋਂ ਬਾਅਦ ਉਹ ਆਪਣਾ ਪੜ੍ਹਾਈ ਦਾ ਕੰਮ ਕਰਦੇ ਆ। And we saw that, and it is, I believe that, you know, Baru said they do believe there as well that this will change the world, and you know, and it will change and support our children. And ਆਪਾਂ ਨੂੰ ਆਪਣੇ ਨਿਆਣਿਆਂ ਨੂੰ ਵੀ support ਕਰਨਾ ਚਾਹੀਦਾ ਆ, you know, to get them Guru Nanak's philosophy. And I, you know, do believe that this is the only way that we can change the world. So it's really important that we support our children. ਜਿੱਦਾਂ ਬਾੜੂ ਸਾਹਿਬ ਉਹ ਕਰ ਰਹੇ ਹੈਗੇ ਆ, ਫਿਰ ਆਪਾਂ ਬਾੜੂ ਸਾਹਿਬ ਵਾਲਿਆਂ ਨੂੰ ਉੱਥੇ ਆਪਾਂ ਆਪਣੇ ਬੱਚਿਆਂ ਨੂੰ ਸਪੋਰਟ ਕਰਾਂਗੇ, ਤਾਂ ਆਪਾਂ ਗਾਂ ਆਪਣੀ ਨਿਆਣੀ ਪਨੀਰੀ ਨੂੰ ਸਿੱਧੇ ਰਸਤੇ, ਰਾਈਟ ਪਾਥ ਤੇ ਲਾਵਾਂਗੇ। So that's what I did see from, you know, my time that I spent there. Thank you, Benji. ਤਾਂ ਜਿੱਦਾਂ ਹੁਣ ਜਿੱਦਾਂ ਅਸੀਂ ਸਕੂਲੇ ਇੱਥੇ ਪੜ੍ਹੇ ਹੈਗੇ ਆ, you know, we've talked about schooling in the UK is the focus is slightly different. And ਮੈਂ church school ਨੂੰ ਗਈ ਸੀਗੀ, it wasn't a Sikh school, it was a different school where there was focus on education and there was focus on spirituality. ਜਿੱਦਾਂ ਸਵੇਰ ਨੂੰ ਬੱਚਾ ਆਉਂਦਾ ਆ ਤਾਂ ਪਹਿਲਾਂ ਪਾਠ ਪ੍ਰੇਜ਼ ਕਰਦਾ ਹੈਗਾ ਆ, ਫਿਰ ਜਦੋਂ ਲੰਚ ਟਾਈਮ ਵੀ ਪ੍ਰੇਜ਼ ਕਰਦੇ ਹੈਗੇ ਆ, ਤਾਂ ਫਿਰ ਜਦੋਂ ਘਰ ਜਾ ਸਕੂਲ ਦਾ ਫਿਨਿਸ਼ ਹੋਇਆ ਤਾਂ ਉਦੋਂ ਵੀ ਪ੍ਰੇਜ਼ ਕਰਨਾ। ਸੋ ਫੋਕਸ ਹੈਗਾ, ਕੰਬੀਨੇਸ਼ਨ ਹੈਗਾ। ਪਰ ਜਿੱਦਾਂ ਡਾਲੀ ਭੈਣ ਜੀ, ਜਿੱਦਾਂ ਹੁਣ ਬਾਰੂ ਸਾਹਿਬ, the way that this you know combination, you know, that's been brought together of literacy, the Gurumat, you know, what kind of impact do you think that has on a children's upbringing, and particularly now we've got COVID as well, just to help them, support them with their mental state and their spiritual state, do you think? Anji Benji. So, I mean, you know, having that spiritual education and the literacy education
and to have them both in hand is so so great. The reasons being obviously having the spiritual side of, as Benji said, doing your nitnam in the morning, your part, your learning about everything Bani, learning kirtan, learning how to play the instruments that they have at Bodhisattva. I've seen that as well. I just think learning all that helps you to become more of a grounded person who has morals. You're following Guru Nanak's philosophies, of Naam Japo, Vanshako, Kirat Guru, and you're learning all these philosophies as a young child, so you can adopt them into your life as you're growing older. And at the same side, you're learning, literacy, education. So you're becoming this well-rounded person that is grounded. You've got a really good education, but you've also got really good morals and values. You've got your spiritual side growing at the same time as well. So you're becoming this really good global citizen, good person with good morals. You're learning about Guru Nanak's philosophies, and to bring that into a person, a human being at a young age, I think that's just brilliant. And I think sometimes it's lacking a little bit here in the UK. So I think it's fantastic that is happening in Bodhisattva. They've got the two and they're going hand in hand with that. And the children there have a really good education, have a really good spiritual education. And that's really important. Obviously you mentioned COVID. When you have something like this going on in your life, then you can go back to your part. You can then, do Simran every day. You start, your mental well-being, start to feel better. You have that in you already. It's like your own personal development. You've got something that you can go to and bounce off, So I think it's fantastic. It really helps children to become better human beings as they grow older. They're more grounded and they have that spiritual side, which I think is the basis of your life. Education's always there. You can keep learning and growing, but having that spirituality as your foundation in life, I think I've only realized the importance of that as I'm getting older. Probably not so much when I was younger, but now I realize that is really important. So it's important for us to have that for our future and the future generation. Thank you, Benji. That's very beautifully put. That ਜਿੱਦਾਂ ਤੁਸੀਂ ਕਹਿੰਦੇ ਆ ਸੰਗਤ ਜੀ ਨੂੰ ਵੀ ਘਰ ਪਤਾ ਹੋਣਾ ਵੀ it's important to have a faith to turn to for support, for spiritual support. ਤਾਂ ਕਈ ਵਾਰੀ ਜਿੱਦਾਂ ਕਈ ਪਰੇਸ਼ਾਨੀਆਂ ਹੁੰਦੀਆਂ ਆ ਹਨਾ, ਪਰ ਜਿੱਦਾਂ if we sit in contemplation, meditation, then we have something to help us as well. So thank you, Benji, both of you. At Bodhisattva, there's a particular focus on young girls' education and women, and for women to become teachers, which is what our program is about. The ਕਈ ਗੱਲਾਂ ਹੋ ਜਾਂਦੀਆਂ ਆ ਸੰਗਤ ਜੀ ਦੇ ਕਾਤੋਂ ਫੈਮਿਲੀ ਕੁੜੀਆਂ ਨੂੰ ਲੜਕੀਆਂ ਨੂੰ ਨਹੀਂ ਪੜਾਉਣਾ ਚਾਹੁੰਦੇ ਹੈਗੇ ਆ ਤਾਂ Bodhisattva recognizes this. It could be financial, it could be, particularly these are the key things that they found, that it is sort of financial and just there aren't the funds available. So Bodhisattva has recognised this and provides facilities and financial support for the education of girls. So ਸੰਗਤ ਜੀ ਇਹ ਮੌਕਾ ਹੈਗਾ ਹੈ ਵੀ ਤੁਸੀਂ support ਕਰ ਸਕਦੇ ਆ girls education ਦੇ ਵਿੱਚ ਤੇ ਸਾਡੀਆਂ ਬੱਚੀਆਂ ਅਸੀਂ ਨਰਸਾਂ ਬਣ ਸਕਦੀਆਂ ਆ ਟੀਚਰਾਂ ਬਣ ਸਕਦੀਆਂ ਹੈਗੀਆਂ. So this seva, this being able to support train a teacher restores the balance in our community. It also, this seva allows girls to become independent, to support their own families and fulfill Guru Nanak Ji's teachings as described in from the Ang 473 from the Shri Guru Granth Sahib Ji. Let's have a listen to that now.
So we are so fortunate that Baru Sahib and the Galgitar Trust has such eminent scholars, such forward thinkers, that we have women's education on the agenda. ਸੰਗਤ ਜੀ ਤੁਸੀਂ ਵੀ ਸੋਚੋ ਉਸ ਟਾਈਮ ਦੇ ਵਿੱਚ ਸਾਡਾ ਦੇਸ਼ ਤਾਂ ਸੋਚਦਾ ਸੀ ਅਸੀਂ ਕਿੱਦਾਂ ਆਜ਼ਾਦ ਹੋ ਸਕਦੇ ਰਾਜ ਤੋਂ ਹਨਾ but Sant Patar Singh's vision was about having education for girls in 1906. So this is exactly what Guru Nanak Dev's teachings were about women being equal to men, having the same opportunities, and that women's contribution to be celebrated. So kyo manda akhiye jamme rajan. Maaf karna bolcho ki je kuch main galat keh raha, but such beautiful words. Why should we say bad or speak badly of women if Raja are born from these women? Such beautiful words given to us by Guru Nanak Dev Ji, and it's about recognizing women and their contribution to mankind. So the Galgitar Trust provides education to underprivileged children through deprived areas in rural Punjab and surrounding areas through its 129 schools, 3 universities, and education for 70,000 children. To find out more about the work that the Galgitar Trust does, there are information being put on the screen now, but please visit www.educatetosave.com. So Sangat ji, thanu pata hega ya our program is all about raising awareness about women's empowerment. Our trainer teacher initiative it's run by the Galgitar Trust, which provides education to women in rural Punjab. The trainer teacher initiative is to sponsor education for underprivileged girls. ਜਿਹੜੀਆਂ ਲੜਕੀਆਂ ਹੈਗੀਆਂ ਆ ਜਿਹੜੀਆਂ ਗੁਰੂ ਸਾਹਿਬ ਦੇ ਵਿੱਚ ਪੜ੍ਹ ਚੁੱਕੀਆਂ ਹੈਗੀਆਂ ਬਸ ਉਹ ਫਿਰ ਲੜਕੀਆਂ ਨੂੰ ਗਾਂ ਜਿੱਦਾਂ ਉਹ ਟੀਚਰਾਂ ਬਣ ਸਕਦੀਆਂ ਹੈਗੀਆਂ ਆ so this program trainer teacher takes those girls and allows them to become teachers by supporting them financially, spiritually and mentally at Baru Sahib. So the next step is for these girls to become teachers, and the trust will provide the education, the spiritual guidance, and 100% employment after they've finished their education, because they will get a placement in the 129 schools. This is a way of organically supporting the Galgitar Trust and its work. These teachers have gone through the system, they've learned, they know what it's like to study at the schools, then they become teachers, and then those teachers teach the new children that come through this. This is a real organic way of supporting this. So, even a forward-thinking vision again of Sant Patar Singh about having it sort of supported in this way. So, Beji, this is based all on the 3 values, the Sikh founding principles of Naam Japo, Kirt Karo, the Vand Ke Chukko. Now, Vand Ke Chukko is about contribution, your dasma hissa, your 10% of your honest earned income as the swand to less fortunate people than you. So, Bamjit Benji and Dali Benji, so for Bamjit, for the Sangat at home, Benji, let's talk about the swand and how Guru Nanak Ji gave us these teachings about supporting other human beings who are less fortunate. So this is about how to support those who are less fortunate. The Sangat Ji hon बहुत सेवा हुंदी आ साडे सिख कौम बहुत कुछ कर रहे आ लंगर दी सेवा हुंदी आ especially with COVID. We have lots of gurdwara in the UK and abroad supporting health visitors and the Sangat by providing langar and distributing it to them. So this is all good seva, but we're also talking about the seva now of the opportunity our mokka hega with training a teacher. So Bamjit Benji, with about the savan, what do you think about Guru Nanak's teachings about giving this principle to us? Guru Nanak's teaching involved 3 things: Naam Japna, Kirt Karno, and Vand Chukko. Naam Japna involves meditating on the name of God and controlling our evils.
Kirt Karo involves making a living honestly without exploiting anyone and without any fraud. And Vanshako involves sharing with others and helping the ones in need. Naam japo, Paramatma da naam japo. Kirt karo, ਕੰਮ ਜ਼ਰੂਰੀ ਆ ਕਰਨਾ ਤਾਂ ਵੰਡ ਛਕੋ ਜਿਹੜਾ ਉਹ ਕਿਰਤ ਕਰੋ ਇਮਾਨਦਾਰੀ ਦੇ ਨਾਲ ਉਹਦੇ ਵਿੱਚੋਂ ਆਪਾਂ ਗੁਰੂ ਦਾ ਹਿੱਸਾ ਵੀ 10ਵਾਂ ਹਿੱਸਾ ਵੀ ਕੱਢਣਾ ਹੈਗਾ ਆ ਕਿ ਉਹ ਜਿਹੜਾ 10ਵਾਂ ਹਿੱਸਾ ਆ ਉਹ ਗੁਰੂ ਜੀ ਆਪਾਂ ਨੂੰ ਕਹਿੰਦਾ ਨਹੀਂ ਕਿ ਕਿੱਥੇ ਲਾਵੋ ਉਹ ਆਪਣੀ ਮਰਜ਼ੀ ਆਪਾਂ ਕਿੱਥੇ ਲਾਉਣੀ ਆ ਚਾਹੇ ਆਪਾਂ ਕਿਸੇ ਲੜਕੀ ਗਰੀਬ ਘਰ ਦੀ ਲੜਕੀ ਦਾ ਵਿਆਹ ਕਰ ਦਈਏ ਵਿਦਿਆ ਦੇ ਵਿੱਚ ਲਾ ਦਈਏ ਜਾਂ ਕਿਸੇ ਗਰੀਬ ਨੂੰ ਦੇ ਦਈਏ ਇਹ ਆਪਣੀ ਮਰਜ਼ੀ ਆ ਪਰ ਗੁਰੂ ਜੀ ਨੇ ਆਪਾਂ ਨੂੰ ਦੱਸਿਆ ਹੈਗਾ ਆ ਕਿ ਆਪਾਂ ਵੰਡ ਛਕਣਾ ਆ so that is a must we must do that ਤਾਂ ਗੁਰੂ ਜੀ ਨੇ ਇਹ ਵੀ ਕਿਹਾ ਕਿ ਜੇ ਆਪਾਂ ਸੇਵਾ ਕਰਨੀ ਆ ਸੇਵਾ ਦੇ ਨਾਲ ਨਾਲ ਆਪਾਂ ਬਾਣੀ ਵੀ ਪੜ੍ਹਨੀ ਹੈਗੀ ਆ ਨਾਮ ਵੀ ਜਪਣਾ ਹੈਗਾ ਆ ਤੇ ਕਿਰਤ ਵੀ ਕਰੋ ਤਾਂ ਵੰਡ ਵੀ ਛਕੋ ਇਹ ਜਿਹੜੇ 3 ਥੰਮੇ ਹੈਗੇ ਆਪਣੇ ਇਹ ਇਕੁਅਲ ਹੈਗੇ ਆ ਕੋਈ ਇੱਕ there's no up you know ਵੱਧ ਘੱਟ ਨਹੀਂ ਹੈਗਾ ਇਸ ਤਿੰਨੇ ਇਕੁਅਲ ਹੋਣੇ ਚਾਹੀਦੇ ਆ ਲਾਈਫ ਦੇ ਵਿੱਚ ਤੁਸੀਂ ਜੇ ਆਪਣੀ ਲਾਈਫ ਦੇ ਵਿੱਚ ਤੁਸੀਂ ਸਪਿਰਿਚੁਅਲ ਅਪਲਿਫਟਿੰਗ ਕਰਨੀ ਹੈਗੀ ਆ ਹਨਾ ਫਿਰ ਤੁਹਾਨੂੰ ਇਹ ਤਿੰਨੋਂ ਚੀਜ਼ਾਂ ਨੂੰ ਇਕੁਅਲ ਤਿੰਨੋਂ ਚੀਜ਼ਾਂ ਇਕੁਅਲ ਰਹਿਣੀਆਂ ਪੈਣੀਆਂ ਹੈਗੀਆਂ ਫਿਰ ਆਪਾਂ ਨਾਮ ਵੀ ਜਪਣਾ ਹੈ ਨਾਮ ਦੇ ਨਾਲ ਨਾਲ ਆਪਾਂ ਦਸਵੰਧ ਵੀ ਕੱਢਣਾ ਹੈਗਾ ਆ ਤੇ ਕਿਰਤ ਵੀ ਕਰਨੀ ਹੈਗੀ ਆ ਜੇ ਆਪਾਂ ਪਾਠ ਹੀ ਕਰੀ ਗਏ ਹਨਾ ਤਾਂ ਦਸਵੰਧ ਨਹੀਂ ਕੱਢਿਆ ਫਿਰ ਆਪਾਂ ਇਕੁਅਲ ਨਹੀਂ ਰੱਖ ਰਹੇ ਹੈਗੇ ਆ and that's Baba Ji's Guru Ji's philosophy so that's my view on it. Thank you Benji, thank you for putting that so eloquently for the Sangat Ji at home. So ਇਹ ਜਿਹੜੀਆਂ 3 ਚੀਜ਼ਾਂ ਸਾਨੂੰ ਦਿੱਤੀਆਂ ਹੈਗੀਆਂ the founding principles of Sikhism is that they are equal, that we do them equally. So you know if you do one or two, the focus is on just 2 of them or 1 of them, then you're missing out on the one that you're not doing. So Dalipanji, let's talk about Dasvand or contributing your a tenth of your earnings, be that sort of time, be that sort of financial contribution. When hearing about that, what did you think about that Guru Nanak Ji's founding principles, Benji? Anji Benji. So, I wanted to learn more about this month. I wanted to know, what does this actually mean? Just for my personal journey, I just wanted to find out. Obviously, this month means 10th part. So, you're contributing 10% of your earnings. You could be your time, your earnings back to the Guruji, and this really started back in Guru Arjan Dev Ji's time, where they used to give back to for Langar, so they give some of their harvest, some of their money contribution back into to help for Langar, things like that. And I think it's really important for us to give back, because giving back is giving back to the Guruji, but your contribution is to wherever, so it could be seva, your time, or your financial contribution, back to charity or donating, helping women, helping children, helping us transforming lives. And I also read that Guru Nanak Ji also wrote in the Guru Granth Sahib on page 1245, and this is beautiful. It says, "One who works for what he eats and gives some of what he has, O Nanak, he knows the path." So Guru Nanak already was trying to show us this way. It's written in Guru Granth Sahib about contributing back to the Guruji, and also it's a blessing. What you earn is a blessing, so it's good to give back to another human being, another charity, and another person. I think as well, as Benji said, following this Guru Nanak's 3 philosophies of Naam Japo, Kirat Karo, Vand Chako, those are really important as well. Just for me personally, I'm learning to do all 3 of those, and I think it transforms your life by doing that. But by giving to another person or helping another person, you're also transforming their life as well. So following these philosophies, you're transforming your life.
but then you are transforming someone else's life. And I think that's really important for everybody to try and do, to help yourself and then to help other people as well. Because everything we get from Guruji is a blessing. So we should always try and give back. And that's what I've learned about this month. And I think, it really made me think deeper about things, as on a deeper level, about how I can contribute back as well financially to help sponsor a child, to train the teacher. And I think it's really important to follow that. Again, thank you, Benji. ਦੋਵਾਂ ਤੁਹਾਨੂੰ ਜਿਹੜਾ ਤੁਸੀਂ ਸਵਾਨ ਦੀ ਗੱਲ ਵੀ ਕੀਤੀ ਹੈਗੀ ਆ ਸੰਗਤ ਜੀ ਦੇ ਵਾਸਤੇ, ਘਰ ਸਮਝ ਵਾਸਤੇ ਵੀ, ਤੇ ਤੁਹਾਡੇ ਦੋਨਾਂ ਵਾਸਤੇ, how it's impacted you, how or what you understand by what the Svand means. And so the Svand is about, we are so fortunate here at the moment that we have been given so much by the Guruji, and it's a reminder that Guru da Hukam hai gave, do not forget this third principle. So, Naam Japo Kirt Karo Ka Band Ke Shako. So don't forget about this principle and contribute 10% to those who are less fortunate. Spenji, we are very lucky, to have both of you sevadar je tusi shamil ho jande har ek week mere naal seva karan vaste ਤੁਸੀਂ ਆਪਣਾ ਟਾਈਮ ਦਿੰਦੇ ਆ, and also to raise the awareness ਸਾਡੀਆਂ ਭੈਣਾਂ ਜਿਹੜੀਆਂ ਹੈਗੀਆਂ ਆ ਪੰਜਾਬ ਦੇ ਵਿੱਚ, ਜਿਹਨੂੰ ਪੜ੍ਹਾਈ ਦੀ ਅਸੀਂ ਜਿੱਦਾਂ ਉਹਨਾਂ ਨੂੰ ਗਿਫਟ ਦੇ ਸਕਦੇ ਵੀ ਉਹ ਪੜ੍ਹ ਸਕਦੀਆਂ ਤਾਂ ਉਹਨਾਂ ਦੀ ਲਾਈਫ ਬਣ ਜੂਗੀ. So Sangat ji, are we putting 10% into our spiritual account? That is the question. Are we doing everything that Guru Nanak ji asked us? Are we living a life of by the principles he gave us? Naam Japana, Kirt Karna, Taband Ke Shakana. I believe that many of us are unaware of this principle, or perhaps we are choosing to ignore this one. So this is the question we should ask ourselves. So Sangat ji, benti hai कि तुसी जरूर sponsor करो, तुसी अपना दसवंध दियो to sponsor a child, sponsor a classroom, sponsor a teacher, or sponsor a school. Details screen te hona aaye hage a, or you can visit the website www.educate to say. If you want to speak to a sevadar please ring the phone numbers on the screen. They will help you, they will support you, madad karoge ve kidda tusi apna contribution kar sakde and how you can support such a worthy cause. So myself and the Panjia, sadi benti hagi a thanu ve sari jehdi seva hagi a sare seva donation te chaddi hagi a ve tusi jarur contribute karo ta support karo is initiative to. So Baba Akwal Singh ji was very forward thinking. So his approach to girls' education, that he saw this, and he took Guru Nanak Dev Ji's teachings, and we've already looked at Ang 473 about women being equal. He created equal opportunities girls, no matter what level they were, so they are empowered to live their lives with dignity. To train a teacher, bachchi nu padhaun vaste, teacher ban vaste, it's £360 for saal par. ਤਾਂ 3.5 ਸਾਲ ਲੱਗਦੇ ਹੈਗੇ ਆ ਟੀਚਰ ਬਣ ਵਾਸਤੇ, ਤਾਂ £360 ਲੱਗਦੇ ਆ ਟੀਚਰ ਬਣ ਵਾਸਤੇ. ਸੋ ਜੇ ਆਪਾਂ ਦੇਖੀਏ ਸੰਗਤ ਜੀ, ਇਹ ਤਾਂ ਮਸਾ ਪੌਂਡ ਬਣਦਾ ਦਿਨ ਦਾ, ਹਨਾ. So there's an opportunity here. So currently, for you to support this initiative, we have 1,200 teachers waiting to be sponsored. 1000 ਟੀਚਰਾਂ ਹੈਗੀਆਂ ਇਸ ਪ੍ਰੋਗਰਾਮ ਦੇ ਵਿੱਚ ਕਰੰਟਲੀ, ਤਾਂ ਸਾਨੂੰ 1200 ਹੋਰ ਹੈਗੀਆਂ ਆ ਜਿਹੜੇ ਬੱਚੀਆਂ ਠਹਿਰਦੀਆਂ ਇਸ ਐਜੂਕੇਸ਼ਨ ਵਾਸਤੇ. ਤਾਂ ਇਹ ਅਸੀਂ ਸੇਵਾ ਸੰਗਤੀ, ਸਾਡੀ ਸੇਵਾ ਅਸੀਂ ਚੱਕ ਸਕਦੇ ਹਾਂ, ਅਸੀਂ ਉਹ ਬੱਚਿਆਂ ਨੂੰ ਟੀਚਰਾਂ ਬਣਾ ਸਕਦੇ ਹਾਂ. ਇੱਦਾਂ ਹੀ ਸਾਡਾ ਫਿਰ ਪੰਜਾਬ ਰੀਬੂਟ ਹੋਊਗਾ. These teachers will be empowered, they will have equal opportunities. These girls will be able to contribute to their families at home, but also to their community, and also again to Barusa, because by becoming teachers, they get to teach the children of the future, these younger children who are coming through. So
we've been talking about a lot of factors which impact the Punjab, and we'll talk more about that in our upcoming shows. So again, to find out more about the initiative, please check the www.educate to save or use the numbers on the screen. The Sevadars are waiting to support you. So train a teacher is such a worthy cause. Sangat ji, we encourage you. Benti hegi ve tusi Kalgita Trust nu support karo. UK ਦੇ ਵਿੱਚ ਬਹੁਤ ਕੁਝ ਹੋ ਰਿਹਾ ਆ currently with the COVID crisis. There's a lot of education. It's a basic given right given to boys and girls in the UK, but India ਦੇ ਵਿੱਚ ਸਾਰੇ ਨਿਆਣਿਆਂ ਕੋ ਪੜ੍ਹਾਈ ਨਹੀਂ ਮਿਲਦੀ, ਉਹ ਪੜ੍ਹਾਈ ਨਹੀਂ ਮਿਲਦੀ ਕਰਕੇ ਉੱਥੇ ਫੀਸ ਦੇਣੀ ਪੈਂਦੀ। The Kalgita Trust provides free education for these children in rural areas in Punjab and around surrounding areas. And this whole initiative is to provide education to children from underprivileged backgrounds. So please support the Train a Teacher program. It's an organic way to provide education to girls, to children, and to support the Kalgita Trust. Remember Guru Nanak Dev Ji's founding principles, which is about Vand Ke Shakal, contribute 10% of your income to charity. So it's a time to contribute through the initiative and providing this fund to such a worthy cause. ਜੇ ਆਪਾਂ ਬੱਚਿਆਂ ਨੂੰ ਪੜ੍ਹਾਉਂਗੇ ਗਾਂ ਹਨਾ ਤੇ ਉਹੋ ਹੀ ਬੱਚੇ ਜਿਹੜੀ ਗਰੀਬੀ ਤੋੜ ਸਕਦੇ ਆ। ਜੇ ਆਪਾਂ ਉਹਨਾਂ ਨੂੰ ਨਹੀਂ ਪੜ੍ਹਾਉਂਦੇ ਉਹ ਫਿਰ ਕੁਛ ਬਦਲਦਾ ਤੁਰੋ ਉਹੀ ਲੋਰੀ ਤੋਂ ਆਈ ਜਾਣੀ। ਪਰ ਜੇ ਆਪਾਂ ਬੱਚਿਆਂ ਨੂੰ ਪੜ੍ਹਾਉਂਗੇ, ਉਹਨਾਂ ਕੋ ਸਕਿੱਲਸ ਹੋਗੇ, ਉਹਨਾਂ ਨੂੰ ਐਜੂਕੇਸ਼ਨ ਹੋਗਾ, ਫਿਰ ਉਹ ਆਪਣੇ ਆਪ ਪੈਰਾਂ ਪਰ ਖੜ ਸਕਦੇ ਆ ਤਾਂ ਗਰੀਬੀ ਤੋੜ ਸਕਦੇ ਆ। So, Benjis, we're coming to the end of the show now, and Benji, ਤੁਸੀਂ ਕੀ ਸੰਗਤ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਘਰ ਬੈਠ ਕੇ ਪ੍ਰੋਗਰਾਮ ਦੇਖ ਰਹੇ ਹੋਗੇ ਸਾਡੇ ਨਾਲ ਅੱਜ? ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਆ? ਤੁਸੀਂ ਹੁਣ ਭੈਣ ਜੀ ਬਹੁਤ ਸੋਹਣਾ ਦੱਸਿਆ ਹੈਗਾ, ਪਰ ਮੈਂ ਤਾਂ ਇਹੀ ਹੋਰ ਕਹੂੰਗੀ ਕਿ ਸਾਡਾ ਇੱਕੋ ਇੱਕ ਮਕਸਦ ਹੈਗਾ ਆ ਕਿ ਆਪਾਂ ਇਕੱਠੇ ਹੋ ਕੇ ਸੰਗਤ ਆਪਾਂ ਸਾਰੇ ਇਹ ਸੇਵਾ ਲੈ ਕੇ ਆਪਾਂ ਜਿਹੜੇ ਉਹ ਬੱਚੇ ਬੱਚੀਆਂ ਜਿਨ੍ਹਾਂ ਦੇ ਬੱਚੇ ਬੱਚੀਆਂ ਨੂੰ ਵਿਦਿਆ ਦੇ ਸੇਵਾ ਦੇ ਨਾਲ ਆਪਾਂ ਉਹਨਾਂ ਨੂੰ ਪੜ੍ਹਾਈਏ, ਉਹਨਾਂ ਦਾ ਜੀਵਨ ਬਦਲ ਸਕੀਏ। ਆਪਾਂ ਇਕੱਲੇ ਨਹੀਂ ਕਰ ਸਕਦੇ, ਆਪਾਂ ਇਕੱਠੇ ਹੋ ਕੇ ਸਾਰੇ ਫੇਰੀ ਆਪਾਂ ਕਰ ਸਕਦੇ ਹੈਗੇ ਆ। ਹੁਣ ਆਪਾਂ ਨੂੰ ਪਤਾ ਆ ਪੰਜਾਬ ਦੇ ਵਿੱਚ ਕਿੰਨੀ ਗਰੀਬੀ ਹੈਗੀ ਆ, ਤੇ ਆਪਣੀਆਂ ਬੱਚੀਆਂ ਤੁਸੀਂ ਹੁਣ ਦੱਸ ਰਹੇ ਹੈਗੇ ਆ ਕਿ ਨਹੀਂ ਪੜ੍ਹਾ ਰਹੇ ਹੈਗੇ ਆ। ਤਾਂ ਆਪਣੇ ਕੌਮ ਦੇ ਵਿੱਚ ਆਪਾਂ ਇਹ ਪ੍ਰੋਬਲਮ ਹੈਗੀ ਆ ਕਿ ਜਿਹੜੇ ਐਜੂਕੇਸ਼ਨ ਆ ਆਪਣੇ ਬੱਚੇ ਉਸ ਲੈਵਲ ਤੇ ਪਹੁੰਚ ਨਹੀਂ ਰਹੇ ਹੈਗੇ, ਜੋਬਾਂ ਨਹੀਂ ਲੈ ਰਹੇ ਹੈਗੇ। ਤੇ ਜੇ ਉੱਥੇ ਨਹੀਂ ਪਹੁੰਚਣਗੇ ਫਿਰ ਆਪਾਂ ਗਾਂ ਤਰੱਕੀ ਨਹੀਂ ਕਰਾਂਗੇ। ਜਿੱਦਾਂ ਤੁਸੀਂ ਹੁਣ ਦੱਸ ਕੇ ਹਟੇ ਆ, so there's a huge problem and we must teach our children and we can only do that ਸੰਗਤ ਦੇ help ਦੇ ਨਾਲ। So all I would like to say is to thank everyone who's supporting this initiative. It's a very, very good cause. And ਬਸ ਮੈਂ ਸਾਰੀ ਸੰਗਤ ਜਿਹੜੀ ਸੁਣ ਰਹੀ ਹੈਗੀ ਆ, ਮੈਂ ਉਹਨਾਂ ਨੂੰ ਇਹੀ ਕਹਿੰਦੀ ਹਾਂ ਕਿ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਮਦਦ ਕਰਨ ਨੂੰ। ਤਾਂ ਮੈਂ ਹੋਰ ਜਿਹੜੇ ਸੁਣ ਰਹੇ ਹੈਗੇ ਆ ਉਹਨਾਂ ਦੀ ਵੀ ਇਹੀ ਕਹਿੰਦੀ ਹਾਂ ਕਿ ਪਲੀਜ਼ ਬੇਨਤੀ ਕਰਦੀ ਹਾਂ ਕਿ ਤੁਸੀਂ ਮਦਦ ਕਰੋ, ਸਪੋਰਟ ਕਰੋ। ਇਟਸ ਅ ਵੈਰੀ ਗੁੱਡ ਕੋਜ਼। ਬਸ ਮੇਰੀ ਇਹੀ ਹੈ ਸੰਗਤ ਨੂੰ ਬੇਨਤੀ। ਥੈਂਕ ਯੂ। Thanks, Benji. Tali Benji, what do you want to say to the Sangat at home as we sort of come to the end of the program today? Hanji Benji. Yeah, as both Benji and I have said really well, this is such a good initiative to help children to become educated, but also to help women and help women to become educated as well, to become teachers, to become nurses. Imagine how their lives can change by us donating and sponsoring a child, sponsoring a teacher. How we're going to be breaking cycles. We're going to be really supporting our society, making it stronger, and these can give back to their families as well. Women can give back to their families. Children will grow up and they'll be educated, and their children will be educated. This is a cycle that needs to be broken, and
I would say to the Sangat, please, can you, help us to break the cycle of Punjab, and literally reboot Punjab. I mean, everything is on the website. It's brilliant. Educate2Save.com. I was looking at it yesterday as well. It's so easy to sponsor a teacher, train a teacher. It's easy to sponsor a child too, and the way you can sponsor is very easy. So you can do it, monthly, quarterly. You can pay yearly. So it's great. But even more great is what I saw was the success stories. There's so many success stories about how these children have become educated, how these teachers, are doing well. And even on the Facebook site of the Galdigar Trust, I've seen videos there as well. So I'd say please have a look at those as well. And please help us to break these cycles. And please, if you can sponsor, it's just £1 a day. And it would really help if you can help to make lives better. Thank you. Thanks, Benji. So Sangat ji, after the program, we are looking for today's women warriors. That's what Galgitar Trust is doing. They are making our women warriors, our Maipagos of the world. So we have an opportunity through this program, through this initiative, to change the future of these boys and girls, these teachers, and reboot Punjab. So please come forward and support the Trainer Teacher Initiative. The donations will provide education to underprivileged girls. We will get Punjab to support themselves and stand on their own feet. And as Dali Banji said, if you want to see what you're supporting, go to the website and look at these success stories. You will be able to see, first of all, why we're supporting them, why it's so important, but also then you'll see at the end about what happens when you provide support, encouragement, and we change the future of these young girls, and then you will get to see what a worthwhile cause this is. So thank you for joining us today, Sangat ji. As program ਤੁਸੀਂ ਦੇਖਿਆ ਆ ਮੇਰੇ ਵੱਲੋਂ ਤੇ ਮੇਰੇ ਭੈਣ ਜੀ ਵੱਲੋਂ, ਦੋਵਾਂ ਡਾਲੀ ਭੈਣ ਜੀ ਤਾਂ ਪੰਜੀ ਭੈਣ ਜੀ ਵੱਲੋਂ, ਤਾਂ ਸਾਡਾ ਪ੍ਰੋਗਰਾਮ ਦੇ ਵਿੱਚ ਭੁੱਲ ਚੁੱਕ ਮਾਫ ਕਰਨਾ। ਜ਼ਰੂਰ ਤੁਸੀਂ ਫੇਰ ਮੁੜ ਕੇ ਸਾਡੇ ਨਾਲ ਪ੍ਰੋਗਰਾਮ ਤੇ ਆ ਕੇ ਦੇਖਿਓ। ਤਾਂ ਸਾਡੇ ਤਿੰਨਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।